ਬੀਬੀਆਂ ਜਿਹੜੀਆਂ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ, ਰੋਡ ਤੇ ਚਾੜ ਦਿੱਤਾ ਵੇ, ਸਾਰੇ ਪਿੰਡ ਵੇਖਿਆ ਵੇ। ਇਸੇ ਸਦਮੇ ਦੇ ਨਾਲ ਉਹ ਫੌਤ ਹੋ ਗਿਆ ਵੇ। 5 ਪੱਟ ਮਾਰੇ ਹੁੰਦੇ, ਕਹਿੰਦਾ ਥੱਲੇ ਆ ਤੂੰ। ਸਾਰੀਆਂ ਬੀਬੀਆਂ ਨੂੰ ਕੁੱਟ-ਕੁੱਟ ਕੇ ਸਾਰੀਆਂ ਬੀਬੀਆਂ ਨੂੰ ਉਹਨਾਂ ਨੇ ਨਾ। ਪੁਲਿਸ ਆਈ ਹੈ ਵਕੂਵੇ ਤੇ ਉਹਨਾਂ ਬੱਚਿਆਂ ਨੇ ਉਹਨੇ ਕਿਹਾ ਵੇ ਕਿ ਤੁਹਾਨੂੰ ਡਰਾਉਂਦਾ ਪਿਆ, ਉਹ ਜੋ ਮੰਗਦਾ ਵੇ ਉਹ ਦੇ ਦੂ ਦਵੋ ਉਹਨੂੰ। मतलब कि तुसी डर जाओ। हाँ जी। पाक अफवाज में पाकिस्तान की हिफाजत के लिए अपनी सारी जवानी कुर्बान की, लेकिन अपने जवान बेटे को बचा नहीं पाए। पाकिस्तान भी गरीब आदमी का कोई साथी है ही नहीं। अगर नहीं कर सकते, नहीं पकड़ सकते, उन्होंने नहीं मदद फायदा सानू नहीं दिला सकते तो फिर अंदाज खुदाई आफत। सीधे फायर मारे हैं उन्होंने, ये गर्दन पे भी लगा, शोल्डर पे भी लगा, और टांग पे कितनी गोलियां मारी उन्होंने? बहुत ज़्यादा गोलियां लगी थी। पसरूर च कानून नाम की कोई चीज़ नहीं, कोई पुलिस उत्थे नहीं तहफुज दे रही। ਆਪਣੀ ਮਦਦ ਆਪ ਦੇ ਤਹਿਤ ਵੀ ਬਚਣਾ ਮੁਸ਼ਕਲ ਹੋ ਗਿਆ ਵੇ ਉੱਥੇ ਤੇ। ਹਰ ਵਕਤ ਤਾਲੇ ਲਾਈ ਰੱਖੇ ਨੇ ਬੱਚਾ ਬਾਹਰ, ਜਿਹੜਾ ਨਿਕਲਦਾ ਗਮੀ ਹੋ ਗਿਆ ਜਾਂਦਾ। ਤੇ ਫਿਰ ਸਾਨੂੰ, ਮੈਂ ਤਾਂ ਕਹਿੰਦੀ ਹਾਂ ਕਿ ਕਸ਼ਮੀਰ ਹੈ। ਲੁਕ ਲੱਗ ਕੇ ਬਸ ਟਾਈਮ ਗੁਜ਼ਾਰਦੇ ਰਹੇ ਨੇ। ਹਰ 10 ਦਿਨ ਬਾਅਦ ਉਹਨੇ ਸਾਡੇ ਘਰ ਤੇ ਫਾਇਰਿੰਗ ਕੀਤੀ ਹੈ। ਛੋਟੇ ਭਰਾ ਰਹੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਦੇ 2 ਫਾਇਰ ਪੱਟ ਤੇ ਲੱਗ ਗਏ ਨੇ, ਇੱਕ ਉਹਦਾ ਅੰਗੂਠਾ ਜਿਹੜਾ ਵੇ ਉਹਦੇ ਤੇ ਲੱਗਾ ਵੇ, ਅੰਗੂਠਾ ਕੱਟ ਹੋ ਗਿਆ ਵਾ। ਮੈਂ ਜਿੰਨਾ ਕੁ ਤੰਗ ਆ ਗਿਆ, ਮੈਂ ਇਹ ਮੁਲਕ ਜ਼ਿੰਦਗੀ 'ਚ ਵਾਪਸ ਨਹੀਂ ਆਉਣਾ। ਕਸਮ ਖੁਦਾ ਦੀ। ਜਾਂ ਤੇ ਸਾਰਾ ਮਹਿਕਮਾ ਆ ਕੇ ਸਾਨੂੰ ਮਾਰ ਛੜੇ, ਸਾਨੂੰ ਪਤਾ ਹੋਏ ਕਿ ਅਸੀਂ ਦੁਸ਼ਮਣ ਦੇ ਹੱਥੋਂ ਨਹੀਂ ਮਰੇ, ਜਾਂ ਇਹ ਮਾਰਨ ਜਾਂ ਫਿਰ ਉਹਨੂੰ ਮਾਰਨ ਨੂੰ ਖੁਦਾ ਤੇ ਨਹੀਂ ਨਾ, ਇਨਸਾਨ ਹੈ ਨਾ ਉਹ। ਇਹਨਾਂ ਚੋਂ ਕਿਸੇ ਬੰਦੇ ਨੂੰ ਸਦਰ ਪਸਰੂਰ ਥਾਣੇ ਨੇ ਗ੍ਰਿਫਤਾਰ ਕੀਤਾ ਜਾਂ नहीं ਕੀਤਾ? नहीं सर, एक बंदे को गिरफ्तार नहीं किया। बंदा भी नहीं हालात। मजलूम खानदान जो है, इन्होंने पसरूर थाने के सदर थाने का दरवाजा खटखटाया, इनको इंसाफ नहीं मिला। ये डीपीओ के पास गए, इनको इंसाफ नहीं मिला। ये पसरूर से 350 किलोमीटर का सफर तय करके इंसाफ की तलाश में लाहौर आए, यहां पर दर बदर हो रहे हैं, इनको इंसाफ नहीं मिला। जब इनको इंसाफ नहीं मिला तो इन्होंने मुझे ढूंढा कि शायद कि इनको इंसाफ की तलाश में मैं मदद कर सकूं। जानते हैं इसके अंदर क्या कहानी है, ये वाकया किस तरह शुरू होता है। अकील साहब, सब तो पहले मैनू ये दसो कि इस शुरू किस तरह हुई है जंग जिहड़ी है, किहदे नाल तुहाडी चपकलिश पैदा हुई, की मसला की बनया? जी वालेकुम सलाम सर। ਇਹ ਸਰ ਸਾਡੇ ਪਿੰਡ ਦੇ ਇਹ ਬੰਦਾ ਤੇ ਇਹਨੂੰ ਮੈਂ ਬਾਹਰ ਓਮਾਨ ਚ ਲੈ ਗਿਆ ਹਾਂ ਤੇ ਬਸ ਉਹ ਕੁਝ ਹਸਦ ਦਾ ਸ਼ਿਕਾਰ ਹੋਇਆ ਸੀ। ਅੱਛਾ। ਤੇ ਮੇਰੇ ਕੋਈ ਕਾਰੋਬਾਰ ਦੇ ਵਿੱਚ ਜ਼ਿਆਦਾ ਇੰਟਰਸਟ ਦਿੰਦਾ ਸੀ, ਲਾਲਚ ਸੀ ਉਹਦਾ ਕਿ ਮਸਲਨ ਮੈਨੂੰ ਕਾਰੋਬਾਰ ਚ ਹਿੱਸਾ ਦੇ। ਇਸ ਬੰਦੇ ਦਾ ਨਾਂ ਕੀ ਹੈ? ਇਹਦਾ ਨਾਮ ਹਾਫਿਜ਼ ਅਦਰੀਸ ਹੈ। ਹਾਫਿਜ਼ ਅਦਰੀਸ ਨੂੰ ਤੁਸੀਂ ਪਾਕਿਸਤਾਨ ਤੋਂ ਉਹਦੀ ਮਦਦ ਕੀਤੀ, ਨੇਕੀ ਕੀਤੀ, ਉਹਨੂੰ ਓਮਾਨ ਬੁਲਾਇਆ, ਕੰਮ ਦਵਾਇਆ, ਹੁਣ ਉਹਦੀ ਨਜ਼ਰ ਤੁਹਾਡੇ ਹੀ ਕਾਰੋਬਾਰ ਤੇ ਹੋ ਗਈ? ਹਾਂਜੀ, ਕਾਰੋਬਾਰ ਤੇ ਲਾਲਚ ਉਹ ਆ ਗਿਆ। ਉੱਥੇ ਫਿਰ ਇਹ ਮੇਰੇ ਨਾਲ ਲੜ ਪਿਆ, ਬਸ ਗੱਲਾਂ ਬਾਤਾਂ ਹੋਈਆਂ ਨੇ ਤੇ ਲੜ ਕੇ ਵਾਪਸ ਆ ਗਿਆ। ਇਹ ਕਦੋਂ ਦਾ ਵਾਕਿਆ ਹੈ ਕਿ ਲੜ ਕੇ ਵਾਪਸ ਆ ਗਿਆ? ਇਹ ਜੀ ਦਸੰਬਰ ਦਾ ਵਾਕਿਆ। ਦਸੰਬਰ ਦਾ ਵਾਕਿਆ, ਠੀਕ ਹੈ, ਦਸੰਬਰ 2022। ਹਾਂਜੀ, ਉਹ ਆਇਆ ਘਰ ਤੇ ਉਹਨੂੰ ਗਾਲਾਂ ਗੂਲਾਂ ਕੱਢ ਕੇ ਗਿਆ ਵੇ, ਉਹ ਬੜਾ ਪਰੇਸ਼ਾਨ ਸੀ, ਮਰੀਜ਼ ਆਦਮੀ ਸੀ। ਫਿਰ 5-6 ਦਿਨ ਬਾਅਦ ਉਹ ਦੁਬਾਰਾ ਆਇਆ ਘਰ, ਉਹਦੇ ਵਿੱਚ ਉਹਨੂੰ ਵੀ ਮਾਰਿਆ, ਮੇਰੇ ਵੱਡੇ ਭਰਾ ਨੂੰ। ਬੀਬੀਆਂ ਸਾਡੀਆਂ ਉਹਨੇ ਘਰੋਂ ਬਾਹਰ ਕੱਢ ਦਿੱਤੀਆਂ ਨੇ ਤੇ ਘਰ ਨੂੰ ਲਾਕ ਕਰ ਦਿੱਤਾ। ਉਹਨੇ ਆਖਿਆ ਘਰ ਮੇਰਾ ਇਹ ਵੇ ਉਹ ਵੇ, ਉਹਨੇ ਬਹੁਤ ਜ਼ਿਆਦਾ ਬੇਇੱਜ਼ਤੀ। ਤੇ ਜਿੰਨੇ ਤੁਹਾਡੇ ਘਰ ਵਾਲੇ ਉੱਥੇ ਮੌਜੂਦ ਸਨ ਸਭ ਨੂੰ ਡਰਾਇਆ ਧਮਕਾਇਆ? ਘਰੋਂ ਬਾਹਰ ਕੱਢ ਦਿੱਤਾ ਜੀ। ਸਾਡੀਆਂ ਵਾਈਫਾਂ ਜਿਹੜੀਆਂ ਨੇ, ਬੀਬੀਆਂ ਜਿਹੜੀਆਂ, ਉਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ, ਰੋਡ ਤੇ ਚਾੜ ਦਿੱਤਾ ਵੇ, ਸਾਰੇ ਪਿੰਡ ਵੇਖਿਆ ਵੇ। ਤੇ ਮੇਰੀ ਵਾਈਫ ਦੀ ਮਦਈਆ 'ਚ ਪਰਚਾ ਵੀ ਹੋਇਆ, ਕੋਈ ਅਮਲ ਦਰਾਮਦ ਨਹੀਂ ਹੋਇਆ। ਇਹਨਾਂ ਦਾ ਅੱਬੂ ਇਸੇ ਸਦਮੇ ਦੇ ਨਾਲ ਉਹ ਫੌਤ ਹੋ ਗਿਆ ਵੇ। ਉਹਦੇ ਫੌਤ ਹੋਣ ਤੋਂ ਬਾਅਦ 3 ਦਿਨ ਬਾਅਦ ਉਹਦਾ ਖਤਮ ਸੀ। ਖਤਮ ਵਾਲੇ ਦਿਨ ਰਾਤ ਨੂੰ ਉਹਨਾਂ ਅੰਧਾਧੁੰਦ ਫਾਇਰਿੰਗ ਕੀਤੀ। ਖਤਮ ਤੇ ਫਾਇਰਿੰਗ ਕਰਤੀ? ਹਾਂਜੀ, ਖਤਮ ਤੇ ਫਾਇਰਿੰਗ ਕੀਤੀ। ਔਰ ਫਾਇਰਿੰਗ ਦੀਆਂ ਤਸਵੀਰਾਂ, ਮੇਰੇ ਘਰ ਦੀਆਂ ਤਸਵੀਰਾਂ ਆਲਰੇਡੀ ਮੈਂ ਚੈਨਲ ਨੂੰ ਦੇਣਾ ਵਾ। ਪੁਲਿਸ ਆਈ ਹੈ ਵਕੂਵੇ ਤੇ ਖੋਖੇ G3 ਦੇ ਖੋਖੇ ਇਕੱਠੇ ਕੀਤੇ ਨੇ, ਤਕਰੀਬਨ ਕੋਈ 1000 ਖੋਖਾ ਸੀ। ਤੇ ਉਹ ਜਿਹੜਾ ਤਫਤੀਸ਼ੀ ਸੀ, ਮੀਆਂ ਅਰਸ਼ਦ ਉਹਦਾ ਨਾਂ ਸੀ, ਥਾਣਾ ਪਸਰੂਰ ਸਦਰ ਦਾ। ਥਾਣਾ ਪਸਰੂਰ ਸਦਰ ਦਾ। ਤੇ ਬਕੋਲ ਉਹਨਾਂ ਦੇ ਉਹਨੇ ਸਾਡੇ ਬੱਚਿਆਂ ਨੂੰ, ਇਹਨਾਂ ਬੱਚਿਆਂ ਨੂੰ ਉਹਨੇ ਕਿਹਾ ਵੇ ਕਿ ਤੁਹਾਨੂੰ ਡਰਾਉਂਦਾ ਪਿਆ, वो जो मांगता है वो दे दूं तो वो मतलब कि तुसी डर जाओ। हाँ जी नाज़रीन, आप ये बात नोट करें कि जिस पुलिस ने हमें तहफ़्फ़ुज़ देना है वो इनको मशवरे दे रही है कि वो आपको डरा रहा है तो भैया आप डर जाएं। तहफ़्फ़ुज़ नहीं दे रहा, मशवरा दे रहा है कि डर जाओ तो जो चीज़ मांगता दे दो। हाँ जी, वैसे डरा रहा है कोई नहीं है, ऐसे ऐसे वो जो कहता है मान लो पैसे दे दो उसके जो है
तो उससे साफ पता चलता था कि वो मिला हुआ है उनसे। हर 10 दिन बाद उन्हें साढ़े घर ते फायरिंग की है और सीधी फायरिंग की है। ए बच्चे ने लुक लग के बस टाइम गुजारते रहे ने। उस तो बाद 10 कुछ दिन बाद उन्हें मेरे छोटे भरा रहील नूं अगवा करने की कोशिश की है। रस्ता मल्लिया सी ओहदा, उन्हां रहील ते फायर कीते ने 7-8 ਜਿਹਦੇ ਰਹੀਲ ਤੁਹਾਡੇ ਭਾਈ ਨੇ? ਹਾਂਜੀ ਛੋਟੇ ਭਾਈ। ਉਹਦੇ 2 ਫਾਇਰ ਪੱਟ ਤੇ ਲੱਗ ਗਏ ਨੇ, ਇੱਕ ਉਹਦਾ ਅੰਗੂਠਾ ਜਿਹੜਾ ਵੇ ਉਹਦੇ ਤੇ ਲੱਗਾ ਵੇ, ਅੰਗੂਠਾ ਕੱਟ ਹੋ ਗਿਆ ਉਹਦਾ। ਪਸਰੂਰ 'ਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ, ਕੋਈ ਪੁਲਿਸ ਉੱਥੇ ਨਹੀਂ ਤਹਫੁਜ਼ ਦੇ ਰਹੀ ਕਿ ਜਿਹਦਾ ਦਿਲ ਕਰਦਾ ਜਦੋਂ ਫਾਇਰਿੰਗ ਕਰ ਦਿੰਦਾ, ਜਦੋਂ ਉਹਦਾ ਦਿਲ ਕਰਦਾ ਬੰਦੇ ਮਾਰ ਦਿੰਦਾ? ਸਰ ਸਾਡੇ ਹਿਸਾਬ ਨਾਲ ਤੇ ਆਪਣੀ ਮਦਦ ਆਪ ਦੇ ਤਹਿਤ ਵੀ ਬਚਣਾ ਮੁਸ਼ਕਲ ਹੋ ਗਿਆ ਵੇ ਉੱਥੇ ਤੇ। ਮੇਰਾ ਹਾਲਾ ਯੰਗ ਏਜ 10ਵੀਂ ਦਾ ਸਟੂਡੈਂਟ ਹੈ, ਅੱਛੇ ਨੰਬਰ ਲੈ ਕੇ ਪਾਸ ਹੋਇਆ ਵੇ, ਉਹਦੀ ਲੱਤ ਕੱਟ ਕਦੀ 10 ਫਾਇਰ ਨੇ ਉਹਦੀ ਗਰਦਨ ਦੇ ਉੱਤੇ ਫਾਇਰ ਨੇ। ਤੁਸੀਂ ਬਾਅਦ ਚ ਆਪਣੇ ਕੈਮਰਾਮੈਨ ਨੂੰ ਕਹਿ ਕੇ ਵਿਖਾ ਸਕਦੇ ਹੋ, ਯਾਨੀ ਕਿ ਉਹਨੂੰ ਅੱਲਾਹ ਤਾਲਾ ਜ਼ਾਰ ने बचाया। हाँ फकर, मुझे बताओ यार, ये जब वाकया हुआ आप किधर थे, खड़े हुए थे कि या कहीं जा रहे थे? हम पसरूर से वापस आ रहे थे, अच्छा। मैं और जो कत्ल हो गया, हाँ। और मेरा दूसरा चाचू और उसका भाई जो कत्ल हुआ, वापस आ रहे थे और गांव के नजदीक ही थे। अच्छा, पसरूर के नजदीक थे? नहीं, अपने गांव के नजदीक थे, वापस आ रहे थे। तो फसल है उसमें से 5 बंदे निकले हैं। अच्छा, उन्होंने वो पहले छुपे हुए थे वहाँ पे? जी। ठीक। और जब निकलिया तो आते सारे हम पे फायरिंग कर दिए। आपने उनमें से पहचाना बंदा कौन कौन है? सबको पहचाना। अच्छा, शक्लें भी ओपन रखी हुई हैं, इतने दीदा दिलेरा, उनको कोई डर खौफ ही नहीं था? सबको पहचाना, और जो कत्ल हुआ उसको डराते थे और मुझे भी कह रहे थे हम आपकी नस्ल तबाह कर देंगे। अच्छा, ऐसी धमकी दे रहे थे। सीधे फायर मारे हैं उन्होंने? ये गर्दन पे भी लगा, शोल्डर पे भी लगा, और टांग पे कितनी गोलियां मारी हैं उन्होंने? पता ही नहीं। पता ही नहीं है? लेकिन जहाँ से लगी गोली जहाँ बेहोश हो गए थे आप? जी, बहुत ज्यादा गोलियां लगी थी। ਮੈਨੂੰ ਇਹ ਦੱਸੋ, ਇਹ ਜਿਹੜੇ ਮਰਕਜ਼ੀ ਮੁਲਜ਼ਮ ਹੈ ਹਾਫਿਜ਼ ਅਦਰੀਸ ਉਰਫ ਮਿੱਠੂ ਹੈ, ਬਾਕੀ ਦੀਗਰ ਜਿਹੜੇ 3-4 ਲੋਕ ਨੇ, ਫਿਰ 3 ਨਾਮਾਲੂਮ ਵੀ ਨੇ, ਇਹਨਾਂ ਚੋਂ ਕਿਸੇ ਬੰਦੇ ਨੂੰ ਸਦਰ ਪਸਰੂਰ ਥਾਣੇ ਨੇ ਗ੍ਰਿਫਤਾਰ ਕੀਤਾ ਹੈ ਜਾਂ ਨਹੀਂ ਕੀਤਾ? ਨਹੀਂ ਸਰ, ਇੱਕ ਬੰਦੇ ਨੂੰ ਗ੍ਰਿਫਤਾਰ ਨਹੀਂ ਕੀਤਾ? ਇੱਕ ਬੰਦਾ ਵੀ ਨਹੀਂ ਹਾਲਾਤ। ਸਾਰਾ ਇਲਾਕਾ ਸਾਡਾ ਜਿਹੜਾ ਵੇ ਖੋਫੋ ਹਰਾਸ 'ਚ ਉਹਨਾਂ ਦੀ ਮਦਦ ਕਰਦਾ ਹੈ। ਉਹਨਾਂ ਨੂੰ ਹਰ ਖਬਰ ਮੇਰੀ ਦਿੰਦਾ ਕਿ ਇੰਜ ਨੂੰ ਗੁਜ਼ਰ ਗਿਆ, ਇੰਜ ਨੂੰ ਗੁਜ਼ਰ ਗਿਆ, ਤੇ ਮੈਂ ਬਚ ਨਹੀਂ ਸਕਦਾ। ਜ਼ਾਹਰ ਜੀ ਗੱਲ ਹੈ, ਉਹਨਾਂ ਨੂੰ ਖਬਰ ਹੁੰਦੀ ਤੇ ਘਾਤ ਲਾਉਂਦੇ ਨੇ। ਹਾਂਜੀ, ਉਹ ਨਾ ਮੈਂ ਨਹੀਂ ਸਰ ਬਚ ਸਕਦਾ, ਉਹ ਘਾਤ ਲਾਉਂਦੇ ਨੇ, ਅੱਜ ਨਹੀਂ ਤੇ ਕੱਲ ਮਰ ਜਾਣਾ। ਇਹਦੋਂ ਚੰਗਾ ਵੀ ਮੈਨੂੰ ਜਾਂ ਆਪ ਇਹ ਸਾਰੇ ਸਾਡੇ ਅਦਾਰੇ ਮਾਰ ਛੱਡਣ ਤੇ ਜਾਂ ਮੈਨੂੰ ਬਚਾ ਲੈਣ, ਤੇ ਜਾਂ ਫਿਰ ਪਾਕਿਸਤਾਨ ਹੀ ਮੇਰਾ ਨਹੀਂ। ਠੀਕ ਹੈ, ਮੈਂ ਮੁਲਕ ਛੱਡ ਕੇ ਤੁਰ ਜਾਣਾ ਵਾ, ਲੇਕਿਨ ਮੈਂ ਖਾਨਦਾਨ ਆਪਣਾ ਕਿੰਜ ਲੈ ਜਾਵਾਂ? ਖਾਨਦਾਨ ਮੇਰਾ ਇੱਥੇ ਵੇ, ਜੇ ਤੇ ਮੇਰੇ ਇਕੱਲੇ ਤੇ ਇਖਤਿਆਰ ਹੁੰਦਾ ਤੇ ਮੈਂ ਜਿੰਨਾ ਕੁ ਤੰਗ ਆ ਗਿਆ, ਮੈਂ ਇਹ ਮੁਲਕ ਜ਼ਿੰਦਗੀ 'ਚ ਵਾਪਸ ਨਹੀਂ ਆਉਣਾ। ਕਸਮ ਖੁਦਾ ਦੀ, ਮੈਂ ਇਸ ਮੁਲਕ ਨੂੰ ਕਸਮ ਖੁਦਾ ਦੀ ਜਿੰਨੀ ਕੁ ਮੈਂ 8 ਮਹੀਨੇ 'ਚ ਇੱਥੇ ਨਾਨਸਾਫੀ ਵੇਖੀ ਹੈ, ਮੈਂ ਦੁਬਾਰਾ ਇਸ ਮੁਲਕ ਵੱਲ ਮੁੜ ਕੇ ਨਹੀਂ ਵੇਖਣਾ ਅਗਰ ਮੇਰੀ ਇੱਥੇ ਨਸਲ ਨਾ ਹੁੰਦੀ ਤੇ। ਮੈਂ ਨਸਲ ਛੱਡ ਕੇ ਨਹੀਂ ਜਾ ਸਕਦਾ। ਇਸ ਵਾਸਤੇ ਮੈਂ ਇਹ ਜਾਣਦਾ ਕਿ ਜਾਂ ਤੇ ਸਾਰਾ ਮਹਿਕਮਾ ਆ ਕੇ ਸਾਨੂੰ ਮਾਰ ਛੜੇ, ਸਾਨੂੰ ਪਤਾ ਹੋਏ ਕਿ ਅਸੀਂ ਦੁਸ਼ਮਣ ਦੇ ਹੱਥੋਂ ਨਹੀਂ ਮਰੇ, ਖਾਸ ਕਰਕੇ ਮੈਨੂੰ ਪਤਾ ਹੋਏ ਕਿ ਮੈਂ ਉਹਦੇ ਹੱਥੋਂ ਨਹੀਂ ਮਰਿਆ, ਜਾਂ ਇਹ ਮਾਰਨ ਜਾਂ ਫਿਰ ਉਹਨੂੰ ਮਾਰਨ ਨੂੰ ਖੁਦਾ ਤੇ ਨਹੀਂ ਨਾ ਇਨਸਾਨ ਹੈ ਨਾ ਉਹ। जिस जवान बेटे को, गैर शादीशुदा बेटे को, हसन हुसैन को कत्ल किया, उसके वालिद हमारे साथ मौजूद हैं। नाम है इनका जाकिर हुसैन। इन्होंने पाक अफवाज में पाकिस्तान की हिफाजत के लिए अपनी सारी जवानी कुर्बान की, लेकिन अपने जवान बेटे को बचा नहीं पाए। हाई साहब, बहुत वड्डा दुख है, ਉਹਦੀ ਕਮੀ ਕੋਈ ਵੀ ਪੂਰੀ ਨਹੀਂ ਕਰ ਸਕਦਾ। ਤੇ ਕੀ ਕਹਿਣਾ ਚਾਹੋਗੇ ਤੁਸੀਂ? ਹੁਣ ਥਾਣਿਆਂ ਦੇ ਚੱਕਰ ਲਾ ਰਹੇ ਹੋ, ਅਦਾਲਤਾਂ ਦੇ ਚੱਕਰ ਲਾ ਰਹੇ ਹੋ, ਇਨਸਾਫ ਕੋਈ ਮਿਲਿਆ? ਕੁਝ ਉਮੀਦ ਪੈਦਾ ਹੋਈ ਹੈ? ਇੱਥੋਂ ਦੇ ਹਿਸਾਬ ਹੁੰਦਾ ਹੈ ਕਿ ਪਾਕਿਸਤਾਨ ਦੀ ਗਰੀਬ ਆਦਮੀ ਦਾ ਕੋਈ ਸਾਥੀ ਹੈ ਹੀ ਨਹੀਂ, ਨਾ ਕੋਈ ਕਾਨੂੰਨ ਹੈ ਗਰੀਬ ਆਦਮੀ ਵਾਸਤੇ, ਨਾ ਕੋਈ ਮਤਲਬ ਕੋਈ ਜ਼ਿੰਦਗੀ। ਹਸਨ ਤੋਂ ਇਲਾਵਾ ਵੀ ਤੁਹਾਡੇ ਕੋਈ ਬੱਚੇ ਹਨ? ਮੇਰੇ ਮਾਸ਼ਾਅੱਲਾ 5 ਬੱਚੇ ਹਨ, ਹੁਣ 4 ਰਹਿ ਗਏ ਨੇ, 3 ਬੇਟੀਆਂ ਨੇ ਮੇਰੀਆਂ। जवान बेटे के गम में इस बुजुर्ग आदमी के, जिन्होंने एक फौजी हैं, रो रो के इनकी बनाई भी ज़ाया हो गई है, क्योंकि इनको तो इंसाफ दिखाई ही नहीं दे रहा। तो मैनू दसो कि उनकी अपील करोगे, क्योंकि IG साहब दावे तो बड़े कर रहे हैं कि जी इंसाफ पहुँचाना साडा फर्ज है, ऐसे लिए तो असीं वर्दियां पाइयां ने, तो फिर की इन्होंने कहना चाहोगे कुछ? ਅਸਾਂ ਕੀ ਕਹਿਣਾ, ਇਹਨਾਂ ਨੇ ਜਦ ਕਾਨੂੰਨ ਦੇ ਬੰਦੇ ਫੜ ਲਏ ਤੇ ਸਾਡੇ ਵਾਸਤੇ ਤੇ ਨੇਕੀ ਹੈ ਇਹਨਾਂ ਦੀ। ਅਗਰ ਨਹੀਂ ਕਰ ਸਕਦੇ, ਨਹੀਂ ਪਕੜ ਸਕਦੇ, ਉਹਨਾਂ ਨੂੰ ਨਹੀਂ ਮਤਲਬ ਕਿ ਸਾਡਾ ਮਤਲਬ ਕਿ ਕਾਨੂੰਨ ਫਾਇਦਾ ਸਾਨੂੰ ਨਹੀਂ ਦਿਲਾ ਸਕਦੇ, ਤੇ ਫਿਰ ਉਹਨਾਂ ਦਾ ਖੁਦਾਈ ਆਵੇ ਤੇ ਫਿਰ ਇਹ ਨੌਕਰੀਆਂ ਕਰਦੇ ਰਹਿਣਾ। ਇਹਨਾਂ ਨੂੰ ਕੀ ਆਖਣਾ? वालदा हसन की हमारे साथ मौजूद हैं, की कहना चाहोगे? ਮੈਂ ਤਾਂ ਕਹਿਣਾ ਚਾਹੁੰਦੀ ਉਹਨਾਂ ਨੂੰ ਸਜ਼ਾ ਦਿਵਾਉਣੀ ਚਾਹੀਦੀ। ਮੇਰਾ ਜਵਾਨ ਬੇਟਾ ਲੈ ਗਏ ਨੇ, ਬਗੈਰ ਕਸੂਰ ਤੋਂ, ਬਗੈਰ ਗੁਨਾਹ ਤੋਂ ਲੈ ਗਏ ਨੇ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ। ਤੁਸੀਂ ਵੀ ਹੁਣ ਨਾਲ ਹੀ ਧੱਕੇ ਖਾ ਰਹੇ ਹੋ ਥਾਣਿਆਂ ਦੇ, ਅਦਾਲਤਾਂ ਦੇ, ਤੇ ਹੋਰ ਕੀ ਫਿਰ ਕਰੀਏ? ਜੋ ਸੁਣਦਾ ਹੀ ਸਾਡੀ ਕੋਲ ਤੇ ਫਿਰ ਧੱਕੇ ਹੀ ਖਾਣ ਵਾਲੀ ਗੱਲ, ਹੋਰ ਕੀ ਕਰਨਾ?
1.5 ਮਹੀਨਾ ਮੇਰੇ ਪੁੱਤਰ ਨੂੰ ਹੋ ਗਿਆ, ਸਾਡੇ ਕਿਸੇ ਕੋਈ ਚੰਗੀ ਮਾੜੀ ਸੁਣੀ ਨਹੀਂ। ਤੁਸੀਂ ਵੀ ਪਸਰੂਰ ਥਾਣੇ 'ਚ ਗਏ ਹੋ, ਹਾਂਜੀ। ਡੀਪੀਓ ਕੋਲ ਗਏ ਹੋ, ਹਾਂਜੀ। ਕੋਈ ਗੱਲ ਨਹੀਂ ਸੁਣੀ ਉਹਨਾਂ ਨੇ? ਕੋਈ ਗੱਲ ਨਹੀਂ ਸੁਣੀ। ਅੱਛਾ, ਪਹਿਲਾ ਹਮਲਾ ਜਦੋਂ ਉਹਨਾਂ ਨੇ ਕੀਤਾ ਤੇ ਫਿਰ ਉਹ ਕਿਸ ਤਰ੍ਹਾਂ? ਪਹਿਲੇ ਦਿਨ ਹਮਲਾ ਕੀਤਾ ਨਾ ਜਦੋਂ, ਤੇ ਸਾਰੀਆਂ ਬੀਬੀਆਂ ਨੂੰ ਕਹਿੰਦੇ ਕਿ ਬਾਹਰ ਨਿਕਲੋ। ਅੱਛਾ, ਤੇ ਉਹ ਉਹਨਾਂ ਦੁਪੱਟੇ ਚਪੱਟੇ ਲੈ ਕੇ ਤੇ ਟੁਰਨ ਲੱਗੀਆਂ, ਤੇ ਇੱਕ ਉਹ ਜਿਹੜਾ ਦਰੀਸ ਹੈ ਉਹਨੇ ਕੁੱਟਣਾ ਸ਼ੁਰੂ ਕਰ ਦਿੱਤਾ ਅੱਛਾ। ਬੀਬੀਆਂ ਨੂੰ। ਤੋਂ ਅਕੀਲ ਦੀ ਵਾਈਫ ਨੂੰ? ਪਹਿਲੇ ਵੱਡੀ ਨੂੰ ਮਾਰਿਆ, ਅੱਛਾ। ਫਿਰ ਅਕੀਲ ਦੀ ਬੇਗਮ ਦਾ ਉਹਨੇ ਦੁਪੱਟਾ ਖਿੱਚ ਕੇ ਨਾ ਲਾ ਕੇ ਪਿੱਛੇ ਸੁੱਟ ਦਿੱਤਾ। ਤੇ ਉਹਨਾਂ ਨੂੰ ਗਲੀਆਂ 'ਚ 5 ਪੱਟ ਮਾਰੇ ਹੁੰਦੇ, 5 ਪੱਟ ਮਾਰੇ ਉਹਨੇ। ਅੱਛਾ, ਉਹ ਰੋਣ ਪਿੱਟਣ ਲੱਗ ਗਈ, ਕਹਿੰਦਾ ਰੋਣਾ ਨਹੀਂ, ਆਵਾਜ਼ ਨਹੀਂ ਕਰਨੀ, ਅੱਗੇ ਲਾ ਕੇ ਭੱਜੋ। ਅੱਛਾ, ਇੱਕ ਸੀ ਮਤਲਬ ਕਿ ਛੋਟੇ ਫਾਸਟ ਛੋਟੀ ਵੱਡੀ ਭੈਣ, ਕਹਿੰਦਾ ਥੱਲੇ ਆ ਤੂੰ। ਉਹ ਵਿਚਾਰੀ ਭੱਜ ਕੇ ਆ ਕੇ ਆਪ ਅੱਗੇ ਲਾ, ਸਿਰਫ ਉਹਨੂੰ ਨਹੀਂ ਮਾਰਿਆ, ਬਾਕੀ ਸਾਰੀਆਂ ਬੀਬੀਆਂ ਨੂੰ ਕੁੱਟਿਆ, ਸਾਰੀਆਂ ਬੀਬੀਆਂ ਨੂੰ ਕੁੱਟ ਕੇ ਜੋ ਉਹਨਾਂ ਦੇ ਹੱਥੇ ਚੜਿਆ ਉਹਨੂੰ ਮਾਰਿਆ। ਉਹਨਾਂ ਨੇ ਨਾ ਉਹ ਖਵਾਤੀਨ ਦਾ ਲਿਹਾਜ਼ ਕੀਤਾ ਨਾ ਬੱਚਿਆਂ ਦਾ ਲਿਹਾਜ਼ ਕੀਤਾ ਨਾ, ਕੁੱਟ ਕੇ ਸਾਰੀਆਂ ਬੀਬੀਆਂ ਨੇ ਉਹਨਾਂ ਨੇ ਨਾ ਮਤਲਬ ਕਿ ਕੁੱਟ ਕੇ ਲਾਇਆ। ਇਹ ਮਾਰਦੇ ਸਾਨੂੰ ਦੁੱਖ ਨਾ ਹੋਵੇ ਕਿ ਸਾਡੇ ਬੱਚਿਆਂ ਨੂੰ 8 ਮਹੀਨੇ ਹੋ ਗਏ ਸਕੂਲ ਦਾ ਮੂੰਹ ਨਹੀਂ ਵੇਖਿਆ, ਹਰ ਵਕਤ ਤਾਲੇ ਲਾਈ ਰੱਖਦੇ ਨੇ ਬੱਚਿਆਂ ਨੂੰ, ਬਾਹਰ ਜਿਹੜਾ ਨਿਕਲਦਾ ਜ਼ਖਮੀ ਹੋ ਗਿਆ ਆ ਜਾਂਦਾ। ਤੇ ਫਿਰ ਸਾਨੂੰ, ਮੈਂ ਤਾਂ ਕਹਿੰਦੀ ਹਾਂ ਕਿ ਕਸ਼ਮੀਰ ਹੈ ਤੇ ਸਾਨੂੰ ਕਹਿ ਦਿੰਦੇ ਤੁਸੀਂ ਕਸ਼ਮੀਰ ਜੇ ਤੁਹਾਨੂੰ ਆਪ ਮਾਰ ਦਿੰਦੇ ਆ, ਕਿ ਤੁਹਾਨੂੰ ਮਾਰ ਦੇਣਾ, ਇਸ ਤੋਂ ਹੱਲ ਕੋਈ ਨਹੀਂ ਹੈਗਾ। ਮੈਂ ਸਾਡੀ ਕੋਈ ਜ਼ਿੰਦਗੀ ਹੈ, ਅਗਰ ਕੋਈ ਮੂੰਹ ਸੁੱਜੇ ਪਏ ਨੇ, ਹੱਥ ਪੈਰ ਸੁੱਜੇ ਪਏ ਨੇ, ਸੋਚਾਂ ਪਈਆਂ, ਸਾਰੀ ਰਾਤ ਬੈਠੇ ਰਹੀਦਾ ਬੱਚਿਆਂ ਦੀ ਰਖਵਾਲੀ ਵਾਸਤੇ, की करिए, कितने चले जाइए। आईजी साहब, मजलूम खानदान जिन्होंने जवान बेटा भी लुटा दिया, छोटा बेटा उसकी टांग कट गई, हामला खतून का बच्चा जाया कर दिया, अब भी इनकी जान खतरे में है। और ये अभी भी सवालिया नज़रों से आपके ऑफिस की तरफ देख रहे हैं कि शायद वहाँ से इंसाफ तो नहीं मिला, थाने वालों के पास तो टाइम नहीं है, डीपीओ साहब वैसे ही कहीं मसरूफ़ हैं। तो आईजी साहब ये आपसे अपील कर रहे हैं कि इनको इंसाफ दिया जाए, क्योंकि ये इंसाफ इनका हक है। जवान बेटा वापस नहीं आ सकता, छोटे बेटे की टांग वापस नहीं आ सकती, वो मासूम जान जो इस दुनिया में आई ही नहीं थी वो भी वापस नहीं आ सकती, मगर इनके दिलों को थोड़ा सा सुकून इस तरह मिल सकता है कि इनको इंसाफ दिया जाए और जो मजलूम जो जालिम है उसको करार वाक़ई सजा दी जाए। इसके साथ ही अपने मेज़बान मनान गिलानी को इजाज़त दीजिए। अल्लाह हाफिज़।